ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਬਹੁਤ-ਬਹੁਤ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਮਨੀਸ਼ਾ ਕੌਰ ਜੀ ਹੋਣਾ ਦਾ, ਜਿਹੜੇ ਸ੍ਰੀਨਗਰ ਕਸ਼ਮੀਰ ਘਾਟੀ ਬਾਰਾਮੂਲਾ ਤੋਂ ਰਹਿਣ ਵਾਲੇ ਨੇ। ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਹੈ ਭੈਣੇ ਤੁਹਾਡਾ ਕਿ ਤੁਸੀਂ ਨੌਜਵਾਨਾਂ ਨੂੰ ਬਹੁਤ ਘੱਟ ਚਾਅ ਹੁੰਦਾ ਹੈ, ਮੈਂ ਦੇਖਦੀ ਹਾਂ। ਬੜੀ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਆਪ ਕਹਿੰਦੇ ਨੇ ਕਿ ਅਸੀਂ ਨਾ ਸਮਾਜ ਦੇ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੇ ਹਾਂ। ਕਿ ਸਾਡੀ ਹੁਣ ਦੀ ਜਨਰੇਸ਼ਨ ਨੂੰ, ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਇਹ ਚਾਅ ਮੈਂ ਬਹੁਤ ਘੱਟ ਵੇਖਿਆ। ਪਰ ਤੁਸੀਂ ਆਪ, ਤੁਹਾਡੇ ਵਿੱਚ ਇੱਕ ਗੁਰੂ ਘਰ ਦੇ ਨਾਲ ਪਿਆਰ, ਆਪਣੇ ਧਰਮ ਦੇ ਪ੍ਰਤੀ ਇੰਨਾ ਲਗਾਅ ਹੈਗਾ ਕਿ ਤੁਸੀਂ ਜ਼ਰੂਰੀ ਸਮਝਿਆ ਕਿ ਜੋ ਵਲਵਲੇ ਮੇਰੇ ਅੰਦਰ ਨੇ, ਜੋ ਵਿਚਾਰ ਮੇਰੇ ਅੰਦਰ ਨੇ, ਉਹ ਮੈਂ ਆਪਣੇ ਸਮਾਜ ਦੇ ਨਾਲ ਸਾਂਝੇ ਕਰਾਂ। ਤੁਹਾਡੇ ਵਰਗੇ ਨੌਜਵਾਨ ਬੱਚੇ ਬੱਚੀਆਂ ਦੇ ਨਾਲ ਦੂਸਰੇ ਨੌਜਵਾਨ ਬੱਚੇ ਬੱਚੀਆਂ ਨੂੰ ਵੀ ਸੇਧ ਮਿਲਦੀ ਹੈ। ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਇੱਕ ਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ, ਸਭ ਮਨੀਸ਼ਾ ਤੋਂ ਕੌਰ। ਪਹਿਲਾਂ ਆਪਾਂ ਜੀ, ਜੀ, ਮੇਰਾ ਜੀ, ਇਹੀਓ ਇੰਟਰੋਡਕਸ਼ਨ ਤੋਂ ਹੀ ਰਹਿਣਾ ਸੀਗਾ ਕਿ ਮਨੀਸ਼ਾ ਕੌਰ ਹੋਣਾ ਦੇ ਬਾਰੇ ਵਿੱਚ ਥੋੜਾ ਜਿਹਾ ਜਾਣ ਲੈਂਦੇ ਆ। ਜੀ, ਜੀ। ਮੈਂ ਮਨੀਸ਼ਾ ਕੌਰ ਹਾਂ ਤੇ ਮੈਂ ਪਿੰਡ ਉਪਲਨਾ ਦੀ ਰਹਿਣ ਵਾਲੀ ਹਾਂ। ਤੇ ਜਿਹੜਾ ਮੇਰਾ ਪਿੰਡ ਹੈ ਉਹ ਡਿਸਟ੍ਰਿਕਟ ਬਾਰਾਮੂਲਾ ਵਿੱਚ ਪੈਂਦਾ ਹੈ। ਜੀ, ਜੀ। ਤੇ ਮਨੀਸ਼ਾ ਜੀ, ਜੇਕਰ ਗੱਲ ਕਰੀਏ ਤਾਂ ਗੁਰੂ ਘਰ ਦੇ ਨਾਲ ਬਹੁਤ ਪ੍ਰੇਮ ਹੈ ਤੁਹਾਨੂੰ। ਹੁਣ ਵੀ ਮੈਨੂੰ ਲੱਗਦਾ ਸੀਗਾ ਕਿ ਮੇਰੇ ਵੱਲੋਂ ਥੋੜਾ ਲੇਟ ਹੋਇਆ ਆਪਣਾ, ਤਾਂ ਤੁਹਾਡੀ ਹੁਣ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਪਾਠ ਕਰਨਾ ਸੀਗਾ। ਤਾਂ ਕਿਵੇਂ ਫੈਮਿਲੀ ਤੋਂ ਹੀ ਇਹੀ ਤੁਹਾਨੂੰ ਲਗਾਵ ਹੈ? ਕਿਵੇਂ ਬਹੁਤ ਜ਼ਰੂਰੀ ਹੋ ਇਹ, ਕਿਆ ਇਹ ਲਾਜ਼ਮੀ ਹੁੰਦਾ ਕਿ ਆਪਣੀ ਫੈਮਿਲੀ ਬੈਕਗਰਾਉਂਡ ਕਿੱਦਾਂ ਦੀ, ਉਹਨਾਂ ਦਾ ਅਸਰ ਸਾਡੇ ਤੇ ਜ਼ਰੂਰ ਪੈਂਦਾ? ਜੀ ਬਿਲਕੁਲ ਪੈਂਦਾ ਹੈ। ਅਗਰ ਮੈਂ ਆਪਣੀ ਪੰਜਾਬੀ ਦੀ ਮੁੱਢਲੀ ਵਿੱਦਿਆ ਦੀ ਗੱਲ ਕਰਾਂ ਤੇ ਜਿਹੜੇ ਮੇਰੇ ਦਾਦਾ ਜੀ ਸਨ ਉਹ ਰਿਟਾਇਰਡ ਡੀਐਸਪੀ ਸਨ ਤੇ ਉਹਨਾਂ ਦਾ ਨਾਮ ਮਿਸ਼ਰ ਸਿੰਘ ਸੀ। ਤੇ ਉਹ ਹੁਣ ਐਕਸਪਾਇਰ ਹੋ ਚੁੱਕੇ ਦੇ ਨੇ। ਤੇ ਮੈਂ ਜਦੋਂ ਉਹ ਘਰ ਆਉਂਦੇ ਸਨ, ਉਹ ਪਾਠ ਕਰਦੇ ਸਨ, ਕੀਰਤਨ ਕਰਦੇ ਸਨ। ਤੇ ਮੈਂ ਉਹਨਾਂ ਨਾਲ ਮਤਲਬ ਕਿ ਬੜੀ ਰਿਲੇਟ ਕਰਦੀ ਸੀ। ਮੈਂ ਇਹੀਓ ਸੋਚਦੀ ਸੀ ਕਿ ਨਹੀਂ, ਮੇਰੇ ਦਾਦਾ ਜੀ ਅਗਰ ਕੁਝ ਕਰ ਰਹੇ ਨੇ ਤੇ ਮੈਨੂੰ ਵੀ ਉਹੀਓ ਕੰਮ ਕਰਨਾ ਹੈ। ਤੇ ਬਚਪਨ ਤੋਂ ਹੀ ਮੇਰਾ ਬੜਾ ਸ਼ੌਕ ਰਹਿੰਦਾ ਹੈ ਕਿ ਨਹੀਂ, ਮੈਂ ਗੁਰਬਾਣੀ ਨਾਲ ਜੁੜਨਾ ਹੈ। ਤੇ ਉਹੀਓ ਸ਼ੌਕ ਪਾਲਦੇ ਪਾਲਦੇ ਫਿਰ ਮੈਂ ਅੱਜ ਇੱਕ ਅਖੰਡ ਪਾਠੀ ਦੀ ਤੌਰ ਤੇ ਆਪਣੀ ਸੇਵਾ ਜਿਹੜੀ ਹੈ ਉਹ ਨਿਭਾ ਰਹੀ ਹਾਂ, ਆਪਣੇ ਪਿੰਡ ਵਿੱਚ ਨਿਭਾ ਰਹੀ ਹਾਂ। ਤੇ ਬਾਹਰ ਦੇ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਤੇ ਉਹ ਵੀ ਮੇਰਾ ਬੜਾ ਸਪੋਰਟ ਕਰ ਰਹੇ ਨੇ। ਉਹ ਵੀ ਮੈਨੂੰ ਉੱਥੇ ਐਜ਼ ਅ ਅਖੰਡ ਪਾਠੀ ਰਹਿਣ ਦੀ ਸੇਵਾ ਨਿਭਾਉਣ ਦੀ ਮੈਨੂੰ ਬੜਾ ਸਪੋਰਟ ਮਿਲਦਾ ਉਹਨਾਂ ਦਾ। ਅੱਛਾ, ਮਤਲਬ ਤੁਸੀਂ ਤੇ ਰੋਲ ਲਾਉਣ ਜਾਂਦੇ ਹੋ ਜਦੋਂ ਜਿੱਦਾਂ ਪਾਠੀ ਜਾਂਦੇ ਨੇ, ਤੇ ਤੁਸੀਂ ਅਖੰਡ ਪਾਠ ਸਾਹਿਬ ਦੀ ਸੇਵਾ ਤੁਸੀਂ ਆਪਣੀ ਪੂਰੀ ਰੋਲ ਦਿੰਦੇ ਹੋ ਹਨਾ ਉੱਥੇ? ਹਾਂਜੀ, ਹਾਂਜੀ, ਮੈਂ ਉਹ ਵੀ ਕਰਦੀ ਹਾਂ ਤੇ ਨਾਲ ਨਾਲ ਮੇਰਾ ਇਹ ਹੈ ਕਿ ਮੈਂ ਰੀਸੈਂਟਲੀ ਮੇਰਾ ਮਾਸਟਰਸ ਮੈਂ ਕਰ ਰਹੀ ਸੀ ਪੰਜਾਬੀ ਦੇ ਵਿੱਚ। ਤੇ ਉਹਦੇ ਕਰਕੇ ਥੋੜਾ ਸਪੇਸ ਪੈ ਗਿਆ ਦਾ ਸੀ ਮੇਰਾ ਕਲਾਸਿਸ ਦੇ। ਇਸ ਤਰ੍ਹਾਂ ਮੈਂ ਵਿਦਿਆਲਿਆਂ ਦੀ ਵੀ ਸੇਵਾ ਨਿਭਾ ਰਹੀ ਹਾਂ। ਉਹਦੇ ਵਿੱਚ ਮੈਂ ਬੱਚਿਆਂ ਨੂੰ ਮੁੱਢਲੀ ਵਿੱਦਿਆ, ਪੰਜਾਬੀ ਦੀ ਜਿਹੜੀ ਮੁੱਢਲੀ ਵਿੱਦਿਆ ਹੈ, ਉਹ ਸਿਖਾਉਂਦੀ ਹਾਂ। ਕੀਰਤਨ ਸਿਖਾਉਂਦੀ ਹਾਂ, ਤਬਲਾ ਸਿਖਾਉਂਦੀ ਹਾਂ, ਗੁਰਬਾਣੀ ਨਾਲ ਰੂਬਰੂ ਕਰਾਉਂਦੀ ਹਾਂ। ਤੇ ਉਹ ਸਭ ਕੁਝ ਮੇਰਾ ਮੁੱਢ ਤੋਂ ਇਹ ਰਿਹਾ ਕਿ ਜੋ ਮੈਂ ਸਿੱਖਿਆ ਉਹ ਮੈਂ ਅੱਗੇ ਵੀ ਸਿਖਾਵਾਂ। ਅੱਛਾ, ਮਤਲਬ ਇਹਦਾ ਮਤਲਬ ਤੁਸੀਂ ਆਪਣੇ ਪਿੰਡ ਦੇ ਨਹੀਂ, ਸਾਡੇ ਪੂਰੇ ਜੰਮੂ ਕਸ਼ਮੀਰ ਦੇ ਲਈ ਇੱਕ ਬਹੁਤ ਹੀ ਤੋਹਫਾ ਕਹਿ ਸਕਦੇ ਹੋ ਕਿ ਜਿਹਦੇ ਉੱਪਰ ਗੁਰੂ ਮਹਾਰਾਜ ਦੀ ਇੰਨੀ ਕਿਰਪਾ। ਤੁਸੀਂ ਤਬਲਾ ਵੀ ਬੱਚਿਆਂ ਨੂੰ ਸਿਖਾਉਣਾ, ਹਾਰਮੋਨੀਅਮ ਵੀ ਪੰਜਾਬੀ, ਔਰ ਮਾਸਟਰਸ ਪੰਜਾਬੀ ਵਿੱਚ। ਮਨੀਸ਼ਾ, ਇੱਥੇ ਮੈਂ ਦੇਖਿਆ ਬੱਚੇ ਪੰਜਾਬੀ ਦੇ ਵਿੱਚ ਆਪਦੀ ਪੰਜਾਬੀ ਨੂੰ ਹਨਾ ਚੂਜ਼ ਕਰਨਾ ਥੋੜਾ ਜਿਹਾ ਏਦਾਂ ਸਮਝਦੇ ਨੇ ਕਿ ਅਸੀਂ ਅੱਗੇ ਪਤਾ ਨਹੀਂ ਇਹਦੇ ਵਿੱਚ ਕੀ ਕਰਾਂਗੇ। ਤੁਸੀਂ ਮਾਸਟਰਸ ਪੰਜਾਬੀ ਜੀ, ਵਿੱਚ ਕੀਤਾ, ਕਿਵੇਂ ਲੱਗਿਆ? ਕਿ ਬਹੁਤ ਆਪਦੇ ਆਪ ਚ ਕਿੱਦਾਂ ਦੀ ਖੁਸ਼ੀ ਜੀ ਹੁੰਦੀ ਹੈ ਕਿ ਮੈਂ ਆਪਣੀ ਭਾਸ਼ਾ ਨੂੰ ਲੈ ਕੇ ਨਾਲ ਚੱਲ ਰਹੀ ਹਾਂ? ਮੈਂ ਸਹੀ ਗੱਲ ਦੱਸਾਂ ਤੇ ਜਦੋਂ ਮੈਂ ਮਾਸਟਰ ਕਰਨ ਵਾਲੀ ਸੀ ਤੇ ਕਾਫੀ ਬੰਦਿਆਂ ਨੇ ਮੈਨੂੰ ਬੋਲਿਆ ਕਿ ਪੰਜਾਬੀ ਤੇ ਲੈਂਗੁਏਜ ਹੁਣ ਧੀਰੇ ਧੀਰੇ ਖਤਮ ਹੋ ਰਹੀ ਹੈ, ਤੂੰ ਛੱਡ ਦੇ, ਤੂੰ ਰਹਿਣ ਦੇ, ਤੂੰ ਹੋਰ ਕਿਸੇ ਵਿੱਚ ਕਰ ਲੈ। ਕਿਉਂਕਿ ਮੇਰਾ ਜਿਹੜਾ ਬੀਏ ਸੀ ਉਹ ਮਿਊਜ਼ਿਕ ਵਿੱਚ ਵੀ ਸੀ ਤੇ ਆਪਣਾ ਪੰਜਾਬੀ ਦੇ ਵਿੱਚ ਸੀ। ਤੇ ਮੈਂ ਮਿਊਜ਼ਿਕ ਛੱਡਤਾ। ਮੈਂ ਕਿਹਾ ਮੈਨੂੰ ਕਰਨਾ ਹੈ ਤਾਂ ਪੰਜਾਬੀ ਵਿੱਚ ਕਰਨਾ ਹੈ। ਕਿਉਂ ਕਰਨਾ ਹੈ? ਕਿਉਂਕਿ ਜਿਹੜੇ ਅੱਜ ਕੱਲ ਦੇ ਨੌਜਵਾਨ ਬੱਚੇ ਨੇ, ਜਿਹੜੇ ਸਾਡੀ ਆਉਣ ਵਾਲੀ ਜਨਰੇਸ਼ਨ ਹੈ, ਜਿਹੜੇ ਅੱਜ ਸਟੇਜ ਤੇ ਜਿਹੜੇ ਕੰਮ ਵੀ ਕਰ ਰਹੇ ਨੇ, ਇਵੈਂਟਸ ਵਿੱਚ ਵੀ ਆ ਰਹੇ ਨੇ ਛੋਟੇ ਛੋਟੇ ਬੱਚੇ। ਤੇ ਮੈਂ ਉਹਨਾਂ ਵੱਲ ਵੇਖਿਆ ਤੇ ਮੈਨੂੰ ਲੱਗਿਆ ਕਿ ਅੱਜ ਹਰ ਘਰ ਵਿੱਚ ਨਾ ਸਿਰਫ ਹਿੰਦੀ ਤੇ ਇੰਗਲਿਸ਼ ਨੂੰ ਤਵੱਜਾ ਹਮ ਦਿੱਤੀ ਜਾਂਦੀ ਹੈ ਕਿ ਸਾਡੇ ਬੱਚੇ ਸਿਰਫ ਹਿੰਦੀ ਤੇ ਇੰਗਲਿਸ਼ ਬੋਲਣ, ਤੇ ਪੰਜਾਬੀ ਕਿਤੇ ਹੈ ਹੀ ਨਹੀਂ। ਉਹਦਾ ਮੁੱਖ ਕਾਰਨ ਹਮ ਜਿਹੜਾ ਉਹ ਪ੍ਰਚਾਰ ਹੈ। ਕਿਉਂਕਿ ਤੁਹਾਨੂੰ ਲੱਗਦਾ ਜਿਹੜਾ ਪ੍ਰਚਾਰ ਦੀ ਕਮੀ ਹੈ? ਹਾਂਜੀ, ਜੰਮੂ ਕਸ਼ਮੀਰ ਵਿੱਚ ਪ੍ਰਚਾਰ ਦੀ ਬਹੁਤ ਜ਼ਿਆਦਾ ਕਮੀ ਹੈ ਤੇ ਪ੍ਰਚਾਰਕ ਦੀ ਵੀ ਕਮੀ ਹੈ।
ਕਿੱਦਾਂ ਦਾ ਜਿਸ ਪ੍ਰਚਾਰ ਕਾਰਨ ਹੋਣਾ ਚਾਹੀਦਾ, ਤੁਸੀਂ ਕਿੱਦਾਂ ਦੇਖਦੇ ਹੋ? ਜਿਸ ਕਾਰਨ ਜਿਹੜੇ ਸਾਡੇ ਬੱਚੇ ਨੇ, ਮੈਂ ਚਾਹੁੰਦੀ ਹਾਂ ਕਿ ਜਿਹੜਾ ਪ੍ਰਚਾਰ ਹੈ ਨਾ ਉਹ ਸਾਡੇ ਘਰ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ। ਕਿਉਂਕਿ ਅਸੀਂ ਅਗਰ ਆਪਣੇ ਬੱਚੇ ਨੂੰ ਘਰ ਤੋਂ ਹੀ ਇਹ ਸਿੱਖਿਆ ਦਈਏ, ਇਹ ਦਸੀਏ ਕਿ ਸਿੱਖੀ ਹੈ ਕੀ, ਗੁਰੂ ਹਨ ਕੀ, ਗੁਰੂਆਂ ਦੀ ਕੁਰਬਾਨੀ ਦੇ ਬਾਰੇ ਵੀ ਦਸੀਏ, ਤਾਂ ਜਾ ਕੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਅੱਗੇ ਅੰਦਰ ਇੰਟਰਸਟ ਪੈਦਾ ਹੋਏਗਾ ਤੇ ਉਹ ਵੀ ਕਹਿਣਗੇ ਨਹੀਂ ਯਾਰ ਅਸੀਂ ਪੰਜਾਬੀ ਕਰਨੀ ਹੈ। ਕਿਉਂ ਕਰਨੀ ਹੈ? ਜਦੋਂ ਸਾਡੇ ਅੱਜ ਕੱਲ ਦੇ ਜਿਹੜੇ ਬੱਚੇ ਨੇ, ਅਸੀਂ ਉਹਨਾਂ ਨੂੰ ਟਿਊਸ਼ਨਸ ਭੇਜਦੇ ਹਾਂ, ਤੇ ਜਦੋਂ ਉਹ ਟਿਊਸ਼ਨਸ 3-3 4-4 ਘੰਟੇ ਲਗਾ ਕੇ ਆਉਂਦੇ ਨੇ, ਤੇ ਸਾਡੇ ਕੀ 1 ਘੰਟਾ ਨਹੀਂ ਘਰ ਦੇ ਦੱਸ ਸਕਦੇ ਕਿ ਤੁਹਾਡਾ ਪੰਜਾਬੀ ਸੱਭਿਆਚਾਰ ਕੀ ਹੈ? ਦੁਨਿਆਵੀ ਪੱਧਰ ਤੇ ਅਗਰ ਦੇਖਿਆ ਜਾਏ ਉਹ ਵਾਲੀ ਵਿਦਿਆ ਠੀਕ ਹੈ, ਲੇਕਿਨ ਸਾਨੂੰ ਧਾਰਮਿਕ ਜਿਹੜੀ ਸਾਡੀ ਵਿਦਿਆ, ਧਾਰਮਿਕ ਵਿਦਿਆ, ਸਾਨੂੰ ਉਸ ਨਾਲ ਵੀ ਰਿਲੇਟ ਰਹਿਣਾ ਚਾਹੀਦਾ ਹੈ, ਕਿਉਂਕਿ ਸਾਡੀ ਮਾਂ ਬੋਲੀ ਤੇ ਅਸੀਂ ਉਸੇ ਤੋਂ ਹੀ ਬਿਲੋਂਗ ਕਰਦੇ ਹਾਂ, ਅਸੀਂ ਪੰਜਾਬੀ ਹਾਂ। ਤੇ ਅੱਜ ਕੱਲ ਤੁਸੀਂ ਦੇਖਦੇ ਹੀ ਹੋ ਜਿਸ ਤਰ੍ਹਾਂ ਸਾਡੇ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਸਾਡੀ ਕਿਸ ਤਰ੍ਹਾਂ ਉਸਨੂੰ ਮਤਲਬ ਖਤਮ ਕੀਤਾ ਜਾ ਰਿਹਾ। ਲੇਕਿਨ ਮੈਂ ਇਹ ਦੱਸਣਾ ਚਾਹੁੰਦੀ ਹਾਂ ਬੱਚਿਆਂ ਨੂੰ ਕਿ ਨਹੀਂ, ਤੁਸੀਂ ਪੰਜਾਬੀ, ਤੁਸੀਂ ਗੁਰਮੁਖੀ ਨਾਲ ਜੁੜੋ, ਤੁਸੀਂ ਸਿੱਖੀ ਸਿਦਕ ਨਾਲ ਜੁੜੋ, ਤਾਂ ਕਿ ਉਹ ਮਤਲਬ ਅਗਰ ਸਾਡੇ ਬੱਚੇ ਜਿਹੜੇ ਨੇ ਉਹ ਅਗਰ ਪੰਜਾਬੀ ਵਿੱਚ ਬੋਲਣਗੇ, ਕਿਸ ਤਰ੍ਹਾਂ ਬੋਲਣਗੇ ਅਗਰ ਘਰ ਤੋਂ ਹੀ ਸਾਡੇ ਪ੍ਰਚਾਰ ਦੀ ਜ਼ਰੂਰਤ ਹੈ। ਅਗਰ ਸਾਡੇ ਬਿਲਕੁਲ ਘਰ ਤੋਂ ਹੀ, ਜੀ ਜੀ ਬਿਲਕੁਲ, ਇਹ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਕਿ ਪ੍ਰਚਾਰ ਘਰ ਤੋਂ ਹੀ ਹੋਣਾ, ਕਿਉਂਕਿ ਬੱਚੇ ਦਾ ਮੁੱਢਲਾ ਸਕੂਲ ਚਾਹੇ ਉਹ ਧਾਰਮਿਕ ਤੌਰ ਤੇ ਹੋਵੇ, ਚਾਹੇ ਉਹ ਦੁਨਿਆਵੀ ਵਿਦਿਆ ਹੋਵੇ, ਮੁੱਢਲਾ ਸਕੂਲ ਤਾਂ ਘਰ ਹੀ ਹੈ ਜਿੱਥੋਂ ਬੱਚੇ ਨੇ ਹਾਂਜੀ ਆਪਣਾ ਸਟਾਰਟ ਦੇਣਾ, ਹਨਾ। ਕਿੱਦਾਂ ਦੀ ਉਹਦੀ ਹਾਂਜੀ ਪਰਵਰਿਸ਼ ਹੁੰਦੀ ਹੈ, ਕਿੱਦਾਂ ਦਾ ਉਹਨੂੰ ਸਿਖਾਇਆ ਜਾਂਦਾ। ਭਾਸ਼ਾ ਕੋਈ ਵੀ ਸਿੱਖਣੀ ਮਾੜੀ ਨਹੀਂ ਹੈ, ਹਰ ਇੱਕ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ, ਬਿਲਕੁਲ ਪਰ ਜੋ ਚੀਜ਼ ਤੁਸੀਂ ਆਪਣੀ ਮਦਰ ਟੰਗ ਦੇ ਵਿੱਚ ਬੋਲ ਸਕਦੇ ਹੋ, ਆਪਣੀ ਮਾਂ ਬੋਲੀ ਚ ਕਿਸੇ ਨੂੰ ਦੱਸ ਸਕਦੇ ਹੋ, ਮੈਨੂੰ ਲੱਗਦਾ ਨਹੀਂ ਅਸੀਂ ਕਿਸੇ ਹੋਰ ਭਾਸ਼ਾ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਬਿਆਨ ਕਰ ਸਕਦੇ ਆ, ਹਨਾ। ਤੇ ਬਿਲਕੁਲ ਮੈਮ ਮਨੀਸ਼ਾ, ਕਿੱਦਾਂ ਤੁਸੀਂ ਦੇਖਦੇ ਹੋ ਗੁਰਦੁਆਰਾ, ਗੁਰੂ ਘਰਾਂ ਦੇ ਵਿੱਚ ਸਮਾਗਮ ਹੁੰਦੇ ਨੇ, ਦੀਵਾਨ ਸੱਜਦੇ ਨੇ, ਕਿਆ ਨੌਜਵਾਨਾਂ ਜੀ ਨੂੰ ਜੋੜਨ ਦੇ ਲਈ ਕੁਝ ਇਹੋ ਜਿਹੇ ਜਿਹੜੇ ਗੁਰੂ ਘਰਾਂ ਦੇ ਵਿੱਚ ਸਮਾਗਮ, ਇਵੈਂਟਸ ਏਦਾਂ ਕਹਿ ਸਕਦੇ ਆ ਕਿ ਹੋਣੇ ਚਾਹੀਦੇ, ਜਿਹਦੇ ਨਾਲ ਆਪਾਂ ਨੌਜਵਾਨਾਂ ਨੂੰ ਜ਼ਿਆਦਾਤਰ, ਇਸ ਸਮੇਂ ਦੀ ਲੋੜ ਹੈ। ਨੌਜਵਾਨ ਬੜਾ ਜ਼ਿਆਦਾ ਗਲਤ ਰਾਹ ਤੇ ਜਾ ਰਿਹਾ, ਚਾਹੇ ਉਹ ਡਰੱਗਸ ਵੱਲ ਕਹਿ ਸਕਦੇ ਆ, ਨਸ਼ਿਆਂ ਵੱਲ ਕਹਿ ਸਕਦੇ ਆ, ਜੀ ਅਜੀਬ ਤਰ੍ਹਾਂ ਦੀ ਐਡਿਕਸ਼ਨਸ ਸਾਡੇ ਆਸੇ-ਪਾਸੇ ਪਾਈਆਂ ਜਾ ਰਹੀਆਂ ਨੇ, ਉਹ ਨੌਜਵਾਨਾਂ ਦੇ ਵਿੱਚ ਵੱਧਦੀਆਂ ਜਾਂਦੀਆਂ ਨੇ। ਇੱਕ ਤੁਸੀਂ ਆਪਣੀ, ਕਿਉਂਕਿ ਤੁਹਾਡੀ ਹੀ ਉਮਰ ਦੇ ਬੱਚੇ ਬੱਚੀਆਂ ਨੇ ਉਹ, ਤੇ ਕਿੱਦਾਂ ਦੇਖਦੇ ਹੋ ਕਿ ਜੀ ਗੁਰਦੁਆਰਾ ਸਾਹਿਬ, ਗੁਰੂ ਘਰ ਕੀ ਰੋਲ ਅਦਾ ਕਰ ਸਕਦੇ ਨੇ? ਅਗਰ ਅਸੀਂ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਜਿਹੜੇ ਸਾਡੇ ਨੌਜਵਾਨ ਵੀਰ ਤੇ ਭੈਣਾਂ ਨੇ, ਉਹ ਡਿਪਰੈਸ਼ਨ ਤੇ ਟੈਨਸ਼ਨ ਦੇ ਕਾਰਨ ਨਾ, ਕਈ ਤੁਸੀਂ ਦੇਖਿਆ ਹੀ ਹੋਣਾ ਸੁਸਾਈਡ ਕੇਸਿਸ ਕਿੰਨੇ ਵੱਧ ਰਹੇ ਨੇ। ਹਮ ਉਹ ਸੁਸਾਈਡ ਕੇਸਿਸ ਕਿਉਂ ਵੱਧ ਰਹੇ ਨੇ? ਕਿਉਂਕਿ ਉਹ ਵੀ ਸਾਡੀ ਹੀ ਕਮੀ ਹੈ, ਕਿਉਂਕਿ ਸਾਡੇ ਕੋਲ ਪ੍ਰਚਾਰ ਨਹੀਂ ਹੈ, ਹਮ ਸਾਡੇ ਕੋਲ ਗੁਰਮੁਖੀ ਨਹੀਂ ਹੈ, ਸਾਡੇ ਕਮਿਊਨੀਕੇਸ਼ਨ ਕੋਲ ਗੈਪ ਆ ਨੇਮ ਸਾਡੇ। ਨਹੀਂ ਹੈ, ਸਾਡੇ ਕੋਲ ਹਮ ਨੇਮ ਨਹੀਂ ਹੈ, ਸਾਡੇ ਕੋਲ ਸਿਮਰਨ ਨਹੀਂ ਹੈ। ਅਗਰ ਅਸੀਂ ਜਿਹੜੇ ਸਾਡੇ ਨੌਜਵਾਨ, ਜਿਹੜੇ ਮੈਂ ਦੇਖਦੀ ਵੀ ਹਾਂ, ਕਈ ਵਾਰੀ ਦੇਖੀ ਵੀ ਹਾਂ, ਮਤਲਬ ਕਿ ਜਿਹੜੇ ਨਸ਼ਿਆਂ ਵਿੱਚ ਹਮ ਪੈ ਗਏ ਦੇ ਨੇ, ਮੈਂ ਉਹਨਾਂ ਨੂੰ 2 ਹੱਥ ਬੰਨ ਕੇ ਇਹ ਬੇਨਤੀ ਕਰਦੀ ਹਾਂ ਕਿ ਇਹ ਸਭ ਕੁਝ ਕੁਕਰਮ, ਕਰਮ ਕਾਂਡ ਕੁਝ ਸਾਥ ਨਹੀਂ ਦਿੰਦਾ। ਤੁਸੀਂ ਆਪਣੀ ਗੁਰਸਿੱਖੀ ਵੱਲ ਦੇਖੋ, ਤੁਸੀਂ ਬਾਣੀ ਨਾਲ ਜੁੜੋ, ਨੇਮ ਨਾਲ ਜੁੜੋ, ਸਿਮਰਨ ਕਰੋ। ਤੁਹਾਡੀ ਜਿਹੜੀ ਵੀ ਟੈਨਸ਼ਨ ਹੈ, ਤੁਹਾਡੀ ਜਿਹੜਾ ਵੀ ਸਟ੍ਰੈਸ ਹੈ ਨਾ, ਉਹ ਕੋਈ ਹੋਰ ਦੂਰ ਨਹੀਂ ਕਰ ਸਕਦਾ, ਉਹ ਇੱਕ ਗੁਰਬਾਣੀ ਹੀ ਦੂਰ ਕਰ ਸਕਦੀ ਹੈ। ਕਿਉਂਕਿ ਅਗਰ ਅਸੀਂ ਦਿਲ ਤੋਂ ਸਮਝ ਕੇ ਗੁਰਬਾਣੀ ਪੜ੍ਹਦੇ ਹਾਂ ਨਾ, ਤੇ ਫਿਰ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ, ਸਾਡੇ ਸਵਾਲਾਂ ਦੇ ਜਵਾਬ ਵਾਹਿਗੁਰੂ ਆਪ ਹੀ ਦੇ ਦਿੰਦਾ। ਫਿਰ ਅਗਰ ਅਸੀਂ ਸਾਰੇ ਬੱਚੇ ਜਾਂ ਸਾਡੇ ਜਿਹੜੇ ਨੌਜਵਾਨ ਵੀਰ ਨੇ, ਭੈਣਾਂ ਨੇ, ਅਸੀਂ ਸਾਰੇ ਅਗਰ ਇੱਕ ਕੰਮ ਕਰੀਏ ਨਾ, ਸਿਰਫ ਸਿਮਰਨ ਕਰੀਏ, ਅਸੀਂ ਨਹੀਂ ਕਹਿੰਦੇ ਪਾਠ ਕਰੀਏ, 24 ਘੰਟੇ ਪਾਠ ਵਾਹਿਗੁਰੂ ਨੇ ਬੋਲੇ ਦਾ ਵੀ ਨਹੀਂ ਹੈ, ਸਿਰਫ ਸਿਮਰਨ ਕਰੋ, ਤੁਹਾਡੇ ਜਿਹੜੇ ਦੁੱਖ ਨੇ, ਤੁਹਾਡੇ ਜਿਹੜੇ ਡਿਪਰੈਸ਼ਨ ਨੇ, ਸਟ੍ਰੈਸ ਨੇ, ਉਹ ਆਪ ਹੀ ਮੁੱਕ ਜਾਣਗੇ, ਤੁਹਾਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ। ਲੇਕਿਨ ਜਿਹੜੇ ਲੋਕ ਇਹ ਅੱਜ ਗੁਰੂ ਤੋਂ ਬੇਮੁਖ ਹੋ ਰਹੇ ਨੇ ਨਾ, ਮੈਂ ਆਪਣੀ ਦੱਸਾਂ ਤੇ ਮੈਂ ਉਹਨਾਂ ਨੂੰ ਇੱਕ ਐਸਾ ਅਪਾਹਿਜ ਸਮਝਦੀ ਹਾਂ, ਜਿਨ੍ਹਾਂ ਦੇ ਹੱਥ ਪੈਰ ਵੀ ਸਲਾਮਤ ਨੇ, ਜਿਹੜੇ ਕਮਾਈ ਕਰਦੇ ਵੀ ਹਨ, ਖਵਾਉਂਦੇ ਵੀ ਹਨ, ਸਭ ਕੁਝ ਕਰਦੇ ਹਨ, ਲੇਕਿਨ ਉਹ ਜੀਵਨ ਜਿਹੜਾ ਹੈ ਨਾ, ਉਹ ਜਿਉਂਦੇ ਨਹੀਂ, ਉਹ ਕੱਟ ਰਹੇ ਹਨ। ਸੋ ਸਾਨੂੰ ਨਾ ਸਾਰਿਆਂ ਨੂੰ ਜੀਵਨ ਜਿਉਣਾ ਹੈ, ਕੱਟਣਾ ਨਹੀਂ ਹੈ। ਜੀਵਨ ਕੱਟਣ ਦੇ ਕਰਕੇ ਇਸ ਜਿਹੜੇ ਸੁਸਾਈਡ ਕੇਸਿਸ ਨੇ ਵੱਧ ਰਹੇ ਨੇ, ਇਹਨਾਂ ਵਿੱਚ ਇਜ਼ਾਫਾ ਹੋ ਰਿਹਾ ਹੈ। ਤੇ ਜਿਹੜੇ ਇਹ ਨਸ਼ਿਆਂ ਵੱਲ ਭੱਜ ਰਹੇ ਨੇ, ਪਹਿਲੇ ਕਿਤੇ ਸੁਣਨ ਨੂੰ ਮਿਲਦਾ ਸੀ ਕਿ ਹਾਂ ਨਸ਼ੇ ਨਾਲ ਇਸ ਮੁੰਡੇ ਦੀ ਮੌਤ ਹੋ ਗਈ, ਇਹ ਹੋ ਗਈ। ਇਹਨਾਂ ਨਸ਼ਿਆਂ ਦੇ ਕਰਕੇ ਅਸੀਂ ਕਿੰਨੇ ਸਾਡੇ ਨੌਜਵਾਨ ਵੀਰਾਂ ਨੂੰ ਖੋ ਚੁੱਕੇ ਹਾਂ ਅਸੀਂ।
ਤੇ ਮੈਂ ਬਸ ਇਹੋ ਚਾਹੁੰਦੀ ਹਾਂ ਕਿ ਜਿਹੜੇ ਸਾਡੇ ਨੌਜਵਾਨ ਵੀਰ ਆ ਉਹ ਮਤਲਬ ਸਪੋਰਟਸ ਨਾਲ ਜੁੜਨ, ਸਪੋਰਟਸ ਦੀ ਐਕਟੀਵਿਟੀਜ਼ ਕਰਨ। ਸਾਡੀ ਭੈਣਾਂ ਵੀ ਕਿਸੇ ਤੋਂ ਘੱਟ ਨਹੀਂ ਹਨ। ਹਾਕੀ ਨਾਲ ਜੁੜਨ, ਕ੍ਰਿਕਟ ਨਾਲ, ਵਾਲੀਬਾਲ, ਕਿੰਨੇ ਸਾਰੇ ਆਈਟਮਸ ਨੇ, ਉਹਨਾਂ ਨਾਲ ਜੁੜਨ, ਉਹਨਾਂ ਨਾਲ ਜੁੜਨ ਦੀ ਕਿਰਪਾਲਤਾ ਕਰੋ। ਤੇ ਜਿਸ ਨਾਲ ਤੁਹਾਡਾ ਜਿਹੜਾ ਡਿਪਰੈਸ਼ਨ ਹੈ, ਤੁਹਾਡਾ ਇਹ ਜਿਹੜਾ ਡਰੱਗਸ ਵੱਲ ਤੁਸੀਂ ਭੱਜ ਰਹੇ ਹੋ, ਇਹ ਤੁਸੀਂ ਨਾ ਭੱਜੋ। ਤੇ ਗੁਰਦੁਆਰੇ ਮੈਂ DGPC ਜੰਮੂ ਕਸ਼ਮੀਰ ਤੋਂ ਵੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਮਤਲਬ ਕਿ ਤੁਸੀਂ ਗੁਰਦੁਆਰੇ ਦੇ ਵਿੱਚ ਇਵੈਂਟ ਕਰਾਉਂਦੇ ਹੋ, ਉਹ 1 ਜਾਂ 2 ਦਿਨ ਚੱਲਦਾ, ਉਸ ਤੋਂ ਬਾਅਦ ਉਹ ਸਾਲ ਭਰ ਨਹੀਂ ਚੱਲਦਾ। ਲੇਕਿਨ ਸਾਨੂੰ ਇੱਥੇ ਮਹੀਨਾ ਇੱਕ ਇਵੈਂਟ ਦੀ ਜ਼ਰੂਰਤ ਹੈ, ਕਿਉਂਕਿ ਮੈਂ ਜਦੋਂ ਆਪਣਾ ਸਿੱਖਿਆ ਸੀ ਤੇ ਮੈਂ ਛੋਟਾ ਜਿਹਾ ਇਵੈਂਟ ਕਰਾਇਆ ਸੀ ਦਸਤਾਰ ਕੰਪੀਟੀਸ਼ਨ ਦਾ ਆਪਣੇ ਪਿੰਡ ਵਿੱਚ ਹੀ। ਤੇ ਜਦੋਂ ਮੈਂ ਉਹ ਕਰਾਇਆ ਤੇ ਮੈਨੂੰ ਲੋਕਾਂ ਨੇ ਬਹੁਤ ਸਪੋਰਟ ਕੀਤਾ, ਮੇਰੇ ਆਪਣੇ ਪਿੰਡ ਦੇ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਸਪੋਰਟ ਕੀਤਾ। ਤੇ ਮੈਂ ਉਹ ਗੱਲ ਮੇਰੇ ਪੱਲੇ ਪਈ ਸੀ ਕਿ ਮੈਂ ਵਾਕਈ ਕੋਈ ਕੰਮ ਕੀਤਾ ਜਿਸ ਦੇ ਕਰਕੇ ਅੱਜ ਮੇਰੀ ਇੰਨੀ ਇੱਜ਼ਤ ਹੋਈ। ਮੈਂ ਇੱਜ਼ਤ ਲਈ ਨਹੀਂ ਕਹਿ ਰਹੀ, ਮੈਂ ਫੇਮ ਲਈ ਨਹੀਂ ਕਹਿ ਰਹੀ, ਮੈਂ ਬਸ ਇਹ ਕਹਿ ਰਹੀ ਹਾਂ ਕਿ ਤੁਸੀਂ ਅਗਰ ਗੁਰਬਾਣੀ ਨਾਲ ਜੁੜੋਗੇ, ਤੁਸੀਂ ਜੋ ਮੈਂ ਸਾਰਾ ਸੋਚਿਆ ਸੀ ਉਹ ਮੈਂ ਕਰ ਪਾਈ। ਮੇਰੀ ਜੋ ਹਾਂ ਸੋਚ ਸੀ ਬੱਚਿਆਂ ਨੂੰ ਦਸਤਾਰ ਨਾਲ ਜੋੜਨਾ, ਕਿ ਉਹ ਪੱਗ ਬੰਨਣੀ ਹਾਂਜੀ ਸਿੱਖਣ, ਉਹ ਤੁਸੀਂ ਕਰ ਪਾਏ ਹਨਾ। ਉਹੀ ਜੀ ਉਹੀ ਹੁੰਦਾ ਹੈ ਕਿ ਬਿਲਕੁਲ ਨੌਜਵਾਨ ਚਾਹੁੰਦੇ ਨੇ ਤਾਂ ਸਾਥ ਦੇਣਾ ਵੀ ਚਾਹੀਦਾ, ਜਿੱਦਾਂ ਭੈਣ ਨੇ ਅਪੀਲ ਕੀਤੀ ਹੈ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ GPC ਜਿਹੜੀ ਤੁਹਾਡੀ ਲੋਕਲ GPC ਹੈ, ਇੱਦਾਂ ਦੀਆਂ ਜੀ ਬੱਚਿਆਂ ਨੂੰ ਸਪੋਰਟ ਕਰਿਆ ਕਰੋ, ਅੱਗੇ ਲੈ ਕੇ ਆਓ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇਕਰ ਕੋਈ ਇਨਸਾਨ ਕਮੇਟੀ ਦੇ ਵਿੱਚ ਆ ਜਾਂ ਜਿਹੜੇ ਸ਼ੁਰੂ ਤੋਂ ਇਨੀਸ਼ੀਏਟਿਵ ਲੈਂਦੇ ਆ ਰਹੇ ਨੇ ਉਹੀ ਲੈਂਦੇ ਆਉਣ। ਨੌਜਵਾਨ ਜੀ ਬੱਚਿਆਂ ਦੀ ਸੋਚ ਨੂੰ ਸਮਝੋ, ਬੱਚੇ ਕੀ ਸੋਚਦੇ ਨੇ, ਕਿਉਂਕਿ ਤੁਸੀਂ ਉਸੇ ਸੋਚਦੇ ਹੋ, ਤੁਸੀਂ ਉਸੇ ਉਮਰ ਦੇ ਹੋ, ਤੁਹਾਨੂੰ ਜ਼ਿਆਦਾ ਪਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਜੋੜ ਲੈਣਾ ਚਾਹੀਦਾ। ਤਾਂ ਮੈਨੂੰ ਚਾਹੀਦਾ ਕਿ ਜਿਹੜਾ ਸਾਡਾ ਜਜ਼ਬਾ ਤੇ ਤਜਰਬਾ ਵਾ, ਸਾਡੇ ਜਿਹੜੇ ਬਜ਼ੁਰਗ ਹਾਂ ਨੇ ਉਹ ਨੌਜਵਾਨਾਂ ਦੀ ਸੋਚ ਨੂੰ ਵੀ ਨਾਲ ਲੈ ਕੇ ਚੱਲਣ, ਪੁੱਛਣ ਤੁਹਾਡੇ ਨੌਜਵਾਨਾਂ ਤੋਂ ਵੀ, ਹਨਾ। ਤਾਂ ਹਾਂਜੀ ਮਨੀਸ਼ਾ, ਤੁਸੀਂ ਅਖੀਰ ਦੇ ਵਿੱਚ ਆਪਾਂ ਇੱਕ ਸੁਨੇਹਾ ਜ਼ਰੂਰ ਲੈਣੇ ਹੁੰਦੇ ਆ, ਕੁਝ ਵੀ ਤੁਹਾਡੇ, ਜੀ ਜਿੱਦਾਂ ਮੈਂ ਨਾ ਪੁੱਛਿਆ ਹੋਵੇ, ਤੁਹਾਡੇ ਮਨ ਦੇ ਵਿੱਚ ਕੁਝ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੇ ਤਾਂ ਜ਼ਰੂਰ ਕਰੋ। ਮੈਂ ਇੱਕ ਪੰਜਾਬੀ ਰਾਈਟਰ ਨੇ, ਸਾਡੇ ਇੱਕ ਪੰਜਾਬੀ ਰਾਈਟਰ ਨੇ ਸੁਰਿੰਦਰ ਸਿੰਘ ਜੀ ਸੋਣਾ, ਮੈਂ ਉਹਨਾਂ ਜੀ ਦੇ ਬਾਰੇ ਵੀ ਦੱਸਣਾ ਚਾਹੁੰਦੀ ਹਾਂ ਕਿ ਉਹ ਕੀ ਲਿਖਦੇ ਨੇ ਇਸ ਸਭ ਕੁਝ ਦੇ ਬਾਰੇ ਵਿੱਚ। ਉਹ ਜੀ ਲਿਖਦੇ ਨੇ ਕਿ ਜ਼ਰੂਰ। ਰੋਇਆ ਨੀ ਸੀ ਕਿਹੜਾ ਕਦੇ 4 ਪੁੱਤ ਵਾਰ ਕੇ, ਰੋਇਆ ਨੀ ਸੀ ਕਿਹੜਾ ਕਤੇ 4 ਪੁੱਤ ਵਾਰ ਕੇ, ਰੋਂਦਾ ਹੋਣਾ ਸਿਖਾ ਤੇਰੇ ਵੱਲ ਝਾਤੀ ਮਾਰ ਕੇ, ਕੱਛ ਕਿਰਪਾਨ ਕੰਗਾ ਕੜਾ ਲਾਇਆ ਤਨ ਤੋਂ, ਜਪ ਰਹਿਰਾ ਸੋਹਿਲਾ ਭੁੱਲ ਗਿਆ ਤੂੰ ਮਨ ਤੋਂ, ਪਾਪੀ ਬਣ ਬੈਠਾ ਬਾਣੀ ਬਾਣੇ ਨੂੰ ਵਿਸਾਰ ਕੇ, ਰੋਂਦਾ ਹੋਣਾ ਸਿੱਖਾ ਤੇਰੇ ਨਾਲ ਵੱਲ ਝਾਤੀ ਮਾਰ ਕੇ, ਰੋਂਦਾ ਹੋਣਾ ਸਿੱਖਾ ਤੇਰੇ ਵੱਲ ਝਾਤੀ ਮਾਰ ਕੇ। ਮੈਂ ਬਸ ਅੰਤ ਦੇ ਵਿੱਚ ਇਹੋ ਅਪੀਲ ਕਰਨਾ ਚਾਹੁੰਦੀ ਹਾਂ ਕਿ ਮੇਰੇ ਜਿਹੜੇ ਨੌਜਵਾਨ ਵੀਰ ਨੇ, ਮੇਰੀਆਂ ਭੈਣਾਂ ਨੇ, ਉਹ ਇਹ ਸਟ੍ਰੈਸ ਵਗੈਰਾ ਛੱਡ ਦੇਣ, ਕਿਉਂਕਿ ਇਹ ਸਿਰਫ ਕੁਕਰਮ ਕਾਂਡ ਨੇ ਜਿਨ੍ਹਾਂ ਤੋਂ ਸਾਨੂੰ ਬਚਣਾ ਹੈ, ਕਿਉਂਕਿ ਸਾਨੂੰ ਗੁਰਬਾਣੀ ਇਸ ਦੀ ਇਜਾਜ਼ਤ ਨਹੀਂ ਦਿੰਦੀ। ਗੁਰਬਾਣੀ ਨਾਲ ਪਿਆਰ ਕਰੋ, ਰੱਬ ਤੁਹਾਡੇ ਨਾਲ ਪਿਆਰ ਕਰੇਗਾ ਤੇ ਤੁਹਾਡੇ ਜੀਵਨ ਵਿੱਚ ਕੋਈ ਵੀ ਦੁੱਖ, ਇਹ ਜਿਹੜੇ ਡਰੱਗਸ ਵਗੈਰਾ ਨੇ, ਕੁਝ ਨਹੀਂ ਆਏਗਾ। ਤੇ ਬਸ ਤੁਸੀਂ ਗੁਰਬਾਣੀ ਨਾਲ ਪਿਆਰ ਕਰੋ, ਸਿੱਖੀ ਜੀਵਨ ਜੀਓ। ਜੀ ਬਿਲਕੁਲ, ਕਿਉਂਕਿ ਜਿੱਦਾਂ ਤੁਸੀਂ ਅਖੀਰ ਦੇ ਵਿੱਚ ਬਹੁਤ ਸੋਹਣਾ ਸੁਨੇਹਾ ਦਿੱਤਾ, ਤੁਸੀਂ ਐਡਿਕਸ਼ਨ ਹੈ ਜੇ ਆਦਤ ਪਾਓ ਪਾਠ ਕਰਨ ਦੀ, ਆਦਤ ਪਾਈਏ ਜੀ ਹਨਾ, ਚੰਗੇ ਕੰਮ ਕਰਨ ਹਾਂ ਦੀ। ਇਹ ਬੁਰੀਆਂ ਆਦਤਾਂ ਨਾਲ ਹੋਈ ਕਿਸੇ ਵੀ ਬਿਮਾਰੀ ਦਾ, ਕਿਸੇ ਵੀ ਦੁੱਖ ਦਾ ਹੱਲ ਡਰੱਗਸ ਲੈ ਲੈਣਾ ਨਹੀਂ ਹੈ, ਜਾਂ ਸੁਸਾਈਡ ਕਰ ਨਹੀਂ ਲੈਣਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ। ਸਾਡੇ ਕੋਲ ਜੀ ਇੱਕ ਖਜ਼ਾਨਾ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਉਹਨਾਂ ਦੇ ਅੱਗੇ ਨਤਮਸਤਕ ਹੋਈਏ ਤਾਂ ਹੌਲੀ ਹੌਲੀ ਉਹ ਆਪ ਹੀ ਲੜ ਲਾ ਲੈਂਦੇ ਨੇ ਆਪ ਤੇ। ਤਾਂ ਮੈਨੂੰ ਬਹੁਤ ਜੀ ਵਧੀਆ ਲੱਗਿਆ ਕਿ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇੱਕ ਨੌਜਵਾਨ ਭੈਣ ਦੇ ਕੋਲੋਂ ਮੈਨੂੰ ਇੰਨੀਆਂ ਸੋਹਣੀਆਂ ਗੱਲਾਂ ਸੁਣਨ ਨੂੰ ਮਿਲੀਆਂ ਨੇ, ਕੁਝ ਸਿੱਖਣ ਨੂੰ ਮਿਲਿਆ। ਔਰ ਖੁਸ਼ੀ ਵੀ ਹੋਈ ਹੈ ਕਿ ਕਸ਼ਮੀਰ ਦੇ ਵਿੱਚ ਇੱਦਾਂ ਦੇ ਨੌਜਵਾਨ ਬੱਚੀਆਂ ਹੈਗੇ ਨੇ। ਸੈਸ਼ਨ ਜ਼ਰੂਰ ਅਸੀਂ ਕੰਟੀਨਿਊ ਕਰਦੇ ਰਵਾਂਗੇ ਤੇ ਮਨੀਸ਼ਾ ਕੌਰ ਭੈਣ ਦੇ ਵਿਚਾਰ ਨੇ ਜਿਹੜੇ ਨੌਜਵਾਨਾਂ ਤੱਕ ਪਹੁੰਚਾਉਂਦੇ ਰਵਾਂਗੇ, ਤੇ ਜਿੰਨਾ ਤੱਕ ਤੁਸੀਂ ਸੁਨੇਹਾ ਪਹੁੰਚਾਇਆ ਕਿ ਬੱਚਿਆਂ ਦਾ ਸਾਥ ਦਿਓ, ਉਹਨਾਂ ਤਾਈਂ ਵੀ ਸਾਨੂੰ ਉਮੀਦ ਹੈ ਕਿ ਤੁਹਾਡਾ ਸਾਥ ਜ਼ਰੂਰ ਦੇਣਗੇ। ਬਹੁਤ ਬਹੁਤ ਧੰਨਵਾਦ ਭੈਣੇ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਖਾਲਸਾ, ਫਤਿਹ। ਵਾਹਿਗੁਰੂ ਜੀ ਕੀ ਫਤਿਹ।